ਨਾਮ ਅਵਗੁਣ ਭਰੇ। ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਸੁਤ ਦਾਰਾ ਸਿਉ। ਇਕ ਉਤਮ ਪੰਥ ਸੁਣਿਓ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਗੁਰ ਰਾਮਦਾਸ ਰਾਖੋ। ਸੁਖੋ ਟਲ ਗੁਰ ਸੇਵੀਐ ਅਹਨਿਸ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮਦੀ। ਨੂਰ ਅਰਸੋ ਕੁਰਸੋ ਚਟਿਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਦੈ ਸਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵਿਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਘਰ ਪੰਜਵਾ। ਦੁਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ। ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਪੰਚ ਦੁਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਪੰਚ ਦੁਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਰਹਾਉ ਬੰਧਨ ਤੋਰ ਸ਼ੋਰ ਬਿਖਿਆ ਤੇ। ਗੁਰ ਕੋ ਸ਼ਬਦ ਮੇਰਾ ਹੀਰੈ ਦੀਨ। ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ। ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ। ਪੇਖਿਓ ਲਾਲਨ ਪਾਟ ਵਿੱਚ ਖੋਏ। ਆਨੰਦ ਚਿਤਾ ਹਰਖੇ ਪਤੀਨ। ਤਿਸਹਿ ਕੋ ਗ੍ਰਹੋ ਸੋਈ ਪ੍ਰਭ ਨਾਨਕ। ਸੋ ਠਾਕੁਰ ਤਿਸਹਿ ਕੋ ਤੀਨ। ਪੇਖਿਓ ਲਾਲਨ ਪਾਟ ਵਿੱਚ ਖੋਏ। ਆਨੰਦ ਚਿਤਾ ਹਰਖੇ ਪਤੀਨ। ਤਿਸਹਿ ਕੋ ਗ੍ਰਹੋ ਸੋਈ ਪ੍ਰਭ ਨਾਨਕ। ਸੋ ਠਾਕੁਰ ਤਿਸਹਿ ਕੋ ਤੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ, ਗੁਰੂ ਹੈ ਬਾਣੀ।
ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤਖ ਗੁਰੂ ਨਿਸਤਾਰੇ। ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ, ਧੰਨ ਧੰਨ ਸ਼ਬਦ ਗੁਰੂ ਅਕਾਲ ਪੁਰਖ ਪ੍ਰਮਾਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ, ਸ਼ੁਕਰਾਨਾ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਜਿਸ ਘੜੀ ਸਤਿਗੁਰੂ ਜੀ ਆਪਣੇ ਦਰਸ਼ਨ ਕਰਾ ਦੇਣ, ਉਹ ਘੜੀ ਸੁਲੱਖਣੀ ਹੈ ਖਾਲਸਾ ਜੀਓ। ਨਹੀਂ ਤਾਂ ਖਾਲਸਾ ਜੀਓ ਸਭਨਾਂ ਨੂੰ ਇਤਨੇ ਕੰਮ ਧੰਦੇ, ਆਲਸ, ਰੋਗ, ਰੱਬ ਦੇ ਕੋਲ ਆਇਆ ਨਹੀਂ ਜਾਂਦਾ। ਤੁਸੀਂ ਸੁਣਿਆ ਹੋਣਾ, ਲਗਭਗ ਸਾਰੇ ਮਹਾਂਪੁਰਸ਼, ਸੰਤ, ਮਹਾਤਮਾ, ਗਿਆਨੀ, ਕਥਾਵਾਚਕ, ਪ੍ਰਚਾਰਕ, ਰਾਗੀ ਢਾਡੀ ਇੱਕ ਸ਼ਬਦ ਆਖਦੇ ਹਨ ਕਿ ਤੁਸੀਂ ਵੱਡੇ ਭਾਗਾਂ ਵਾਲੇ ਹੋ। ਸਾਧ ਸੰਗਤ ਵੱਡੇ ਭਾਗਾਂ ਵਾਲੇ ਨਾਲ ਮਿਲਦੀ ਹੈ। ਕਿਉਂ ਹੈ ਇਹਦਾ ਕਾਰਨ? ਇਹਦੀ ਸਮਝ ਉਦੋਂ ਆਉਂਦੀ ਹੈ ਜਦੋਂ ਬੰਦੇ ਤੋਂ ਚੱਲਿਆ ਨਹੀਂ ਜਾਂਦਾ, ਉਦੋਂ ਆਉਂਦੀ ਹੈ। ਅਜੇ ਅਸੀਂ ਚੱਲ ਰਹੇ ਹਾਂ, ਬੋਲ ਰਹੇ ਹਾਂ, ਖਾ ਰਹੇ ਹਾਂ, ਪੀ ਰਹੇ ਹਾਂ, ਅਜੇ ਅਸੀਂ ਇਸ ਤੋਂ ਭੁੱਲੇ ਹੋਏ ਹਾਂ। ਜਦੋਂ ਸਾਨੂੰ ਉਹ ਗੱਲ ਚੇਤੇ ਆ ਗਈ ਨਾ, ਹੁਣ ਪੁੱਛਣਾ ਜਿਹੜੇ ਦੁਖੀ ਹਨ, ਬਿਮਾਰ ਹਨ, ਪੁੱਛੋ ਉਹਨਾਂ ਨੂੰ ਵੀ ਵੱਡੇ ਭਾਗਾਂ ਵਾਲੇ ਹੋ? ਉਹ ਕਹਿਣਗੇ ਬਹੁਤ ਮਾੜੇ ਭਾਗ, ਦਰਸ਼ਨ ਨਹੀਂ ਹੋ ਰਹੇ ਰੱਬ ਦੇ। ਇਹ ਸੱਚਖੰਡ ਹੈ, ਦੁਨੀਆ ਦੇ ਸੱਚਖੰਡ ਰੱਬ ਨੇ ਪ੍ਰਤੱਖ ਬਣਾਤਾ। ਇਸ ਤੋਂ ਵੱਡਾ ਸੱਚਖੰਡ ਹਰਿਮੰਦਰ ਸਾਹਿਬ ਇੱਕੋ ਹੀ ਰੂਪ ਹੈ ਖਾਲਸਾ ਜੀ। ਇੱਥੇ ਵਿੱਚ ਬੈਠ ਕੇ ਵੀ ਅਸੀਂ ਰੱਬ ਦਾ ਲਾਹਾ ਨਾ ਲਈਏ, ਫਿਰ ਸੋਚਾਂਗੇ ਕਿ ਸਾਡੇ ਮਾੜੇ ਭਾਗ, ਬੁਰੇ ਭਾਗ। ਸਮਝ ਆਵੇਗੀ, ਪਰ ਜਿਹਨੂੰ ਰੱਬ ਜਿਤਨੀ ਸਮਝ ਦੇ ਦੇਵੇ, ਕਿਣਕਾ ਮਾਤਰ ਉਤਨਾ ਭਲਾ ਹੈ ਖਾਲਸਾ ਜੀ। ਇਸ ਕਰਕੇ ਸਭਨਾਂ ਦੇ ਸਾਡੇ ਵੱਡੇ ਭਾਗ, ਤੇ ਵੱਡੇ ਭਾਗ ਲਈ ਸ਼ੁਕਰਾਨਾ ਕਰੀਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ। ਮਹਾਰਾਜ ਆਪ ਲੈ ਕੇ ਆਉਂਦੇ, ਕਿਸੇ ਦੇ ਵਸ ਨਹੀਂ। ਮਤਾ ਕਰੇ ਪੂਰਬ ਕੀ ਤਾਈ, ਪੱਛਮ ਹੀ ਲੈ ਜਾਤ। ਬੰਦਾ ਸੋਚਦਾ ਅੱਜ ਉੱਧਰ ਜਾਣਾ ਹੈ, ਰੱਬ ਘੁਮਾ ਕੇ ਕਿੱਧਰ ਲੈ ਜਾਂਦਾ ਹੈ। ਕਿਤਨਾ ਬੰਦੇ ਦਾ ਮਾਈਂਡ ਫਾਰਸ਼ ਹੈ। ਦੇਖੋ, ਬੰਦਾ ਸੋਚਦਾ ਕੀ ਹੈ, ਰੱਬ ਦਾ ਹੁਕਮ ਕੀ ਹੁੰਦਾ ਹੈ, ਰੱਬ ਕਿੱਥੇ ਲੈ ਜਾਂਦਾ ਹੈ ਖਾਲਸਾ ਜੀ। ਇਸ ਕਰਕੇ ਰੱਬ ਨਾਲ ਜੁੜੀਏ। ਜੇ ਸੁੱਖ ਚਾਹੁੰਦੇ ਹਾਂ, ਬਸ ਜਿਸ ਨੇ ਸੁੱਖ ਆਨੰਦ ਲੈਣਾ ਹੈ ਉਹ ਕੀ ਕਰੇ? ਵਾਹਿਗੁਰੂ ਵਾਹਿਗੁਰੂ, ਇਹ ਜ਼ਰੂਰ ਜਪੇ ਭਾਈ। ਸੰਗਤ ਦਾ ਪੱਲਾ ਨਾ, ਜਦ ਤੱਕ ਸਾਹ ਚੱਲਦੇ ਹਨ ਰੱਬ ਦਾ ਪੱਲਾ ਨਾ ਛੱਡੀਏ, ਕਥਾ ਕੀਰਤਨ ਨਾ ਛੱਡੀਏ ਭਾਈ, ਬਾਣੀ ਪੜ੍ਹਨੀ ਨਾ ਛੱਡੀਏ। ਰੱਬ ਨਾਲ ਜਦੋਂ ਟੁੱਟ ਗਏ ਨਾ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਸਭ ਰੋਗ ਉਦੋਂ ਲੱਗਦੇ ਹਨ। ਇਸ ਕਰਕੇ ਕਿਹੜੇ ਕਿਹੜੇ ਰੋਗ ਹਨ, ਅੱਜ ਉਹਨਾਂ ਰੋਗਾਂ ਬਾਰੇ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਨ ਕਰਦੇ। ਬਚਾਉਣਗੇ ਵੀ। ਬਚਾਉਣ ਵਾਲੇ ਕੌਣ ਹਨ? ਗੁਰੂ ਮਹਾਰਾਜ। ਆਓ ਸਤਿਗੁਰ ਪਾਤਸ਼ਾਹ ਦੀ ਬਾਣੀ ਨਾਲ ਜੁੜੀਏ, ਸਭ ਪਾਸੇ ਤੋਂ ਸੁਖੀ ਰਹੀਏ, ਚੜ੍ਹਦੀ ਕਲਾ ਵਿੱਚ ਰਹੀਏ। ਆਓ ਸਾਰੇ ਗੁਰੂ ਕੇ ਪਿਆਰੇ ਆਪਣੇ ਮਨ ਨੂੰ ਇਕਾਗਰ ਕਰਦਿਆਂ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੇ ਮਹੱਲਾ ਪੰਜਵਾ। ਘਰ ਪੰਜਵਾ ਦੁਪਦੇ। ਟੋਡੀ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਘਰ ਪੰਜਵਾਂ
ਘਰ ਕਹਿੰਦੇ ਸੁਰ ਤਾਲ, ਰਾਗਾਂ ਵਿੱਚ ਸੁਰ ਤਾਲ ਹੁੰਦਾ ਹੈ ਖਾਲਸਾ ਜੀ, ਵੱਖ ਵੱਖ ਸੁਰ ਤਾਲ। ਵੀ ਕਿਹਦਾ ਸੁਰ ਤਾਲ ਕਿਵੇਂ ਦਾ ਹੈ, ਉਹਨੇ ਕਿਵੇਂ ਗਾਇਨ ਕਰਨਾ ਹੈ। ਤੇ ਪੰਜਵਾਂ ਸੁਰ ਤਾਲ ਟੋਡੀ ਰਾਗ ਦਾ, ਉਸ ਸੁਰ ਤਾਲ ਵਿੱਚ ਇਸ ਸ਼ਬਦ ਨੂੰ ਗਾਇਨ ਕਰਨਾ ਹੈ। ਦੋ ਪਦਿਆਂ ਵਾਲਾ ਇਹ ਪਾਵਨ ਸ਼ਬਦ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਇਸ ਨਾਲ ਹੀ ਬੇੜਾ ਪਾਰ ਹੋ ਜਾਂਦਾ ਹੈ। ਇੱਕ ਓੰਕਾਰ, ਇੱਕ ਅਦੁੱਤੀ ਪਰਮਾਤਮਾ, ਜਿਹਦੇ ਵਰਗਾ ਹੋਰ ਕੋਈ ਵੀ ਨਹੀਂ। ਰੱਬ ਵਰਗਾ ਕੋਈ ਹੈ? ਬੰਦੇ ਸਾਡੇ ਤੁਹਾਡੇ ਵਰਗੇ ਕਈ ਹੋਣਗੇ, ਵੱਖ ਵੱਖ ਰੂਪ ਦੇ, ਵੱਖ ਵੱਖ ਰੰਗਾਂ ਦੇ, ਕਈਆਂ ਦੀ ਸ਼ਕਲ ਵੀ ਸੇਮ ਹੁੰਦੀ ਹੈ, ਪਰ ਖਾਲਸਾ ਜੀ ਪਰਮਾਤਮਾ ਵਰਗਾ ਇੱਕੋ ਹੀ ਹੈ। ਉਹਨੂੰ ਕਹਿੰਦੇ ਅਕਾਲ ਮੂਰਤ। ਉਹਦਾ ਸ਼ਕਲ, ਉਹਦਾ ਸਰੂਪ ਕਦੀ ਨਾਸ਼ ਵੀ ਨਹੀਂ ਹੁੰਦਾ, ਉਹ ਹੈ ਅਕਾਲ ਮੂਰਤ। ਮੂਲ ਮੰਤਰ ਸਾਰਾ ਹੀ ਇੱਕ ਬਾਰੇ, ਅਕਾਲ ਪਰਮਾਤਮਾ ਬਾਰੇ, ਸਾਰੀ ਬਾਣੀ ਹੀ ਅਕਾਲ ਪੁਰਖ ਬਾਰੇ। ਇੱਕ ਗੱਲ ਚੇਤੇ ਆ ਗਈ, ਪਿਛਲੇ ਕੁਝ ਦਿਨ ਪਹਿਲਾਂ ਕਈਆਂ ਨੇ ਪੁੱਛਿਆ ਸੀ ਵੀ ਗਿਆਨੀ ਜੀ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਹੈ, ਉਹਨਾਂ ਲਿਖਿਆ ਵੀ ਉਹ ਮੂਲ ਮੰਤਰ ਹੈ, ਨਿਚੋੜ ਨਹੀਂ ਆਖਣਾ ਸੀ, ਨਿਚੋੜ ਹੋਰ ਹੁੰਦਾ ਹੈ। ਸ਼ਬਦ ਗਲਤ ਲਿਖਿਆ ਉਹਨਾਂ ਨੇ ਵਟਸਐਪ 'ਤੇ ਸ਼ਬਦ, ਕਈਆਂ ਨੇ ਪੁੱਛਿਆ ਗਿਆ ਵੀ ਗਿਆਨੀ ਦੱਸੋ ਇਹਦਾ ਕੀ ਭਾਵ ਹੈ। ਨਿਚੋੜ ਸ਼ਬਦ ਨਹੀਂ ਹੁੰਦਾ, ਜੇ ਕਹਿ ਲਓ ਇੱਕੋ ਹੀ ਭਾਵ ਹੈ ਪਾਤਸ਼ਾਹ ਦਾ, ਇੱਕੋ ਹੀ ਸਰੂਪ ਹੈ। ਨਿਚੋੜ ਹੋਰ ਹੁੰਦਾ ਖਾਲਸਾ ਜੀ। ਹੁਣ ਗੁਰੂ ਗ੍ਰੰਥ ਸਾਹਿਬ ਨਿਚੋੜ ਕੱਢਾਂਗੇ ਤਾਂ ਖਾਲਸਾ ਜੀ ਹੈ ਤਾਂ ਇੱਕੋ ਹੀ ਨਾ, ਪਰ ਨਿਚੋੜ ਸ਼ਬਦ ਨੇ ਵਰਤਣਾ ਸੀ ਕਿਸੇ ਨੇ। ਗੁਰੂ ਗ੍ਰੰਥ ਸਾਹਿਬ ਲਈ ਖਾਲਸਾ ਜੀ ਉਹ ਇੱਕੋ ਸਰੂਪ ਮੂਲ ਮੰਤਰ, ਇੱਕ ਓੰਕਾਰ, ਤੇ ਇੱਕ ਦੀ ਸਾਰੀ ਵਿਆਖਿਆ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ। ਜਪਜੀ ਸਾਹਿਬ ਕੋ ਇੱਕ ਓੰਕਾਰ ਦਾ ਸਾਰਾ ਸਰੂਪ ਹੈ ਮੂਲ ਮੰਤਰ, ਮੂਲ ਮੰਤਰ ਦਾ ਜਪਜੀ ਸਾਹਿਬ, ਤੇ ਜਪਜੀ ਸਾਹਿਬ ਦਾ ਜਿਹੜਾ ਖੁਲਾਸਾ ਕੀਤਾ ਹੈ, ਖੋਲ ਕੇ ਬਿਆਨ ਕਰਨਾ, ਉਹ ਹੈ ਸਭ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ। ਇਸ ਕਰਕੇ ਇੱਕ ਅਕਾਲ ਪੁਰਖ, ਅਦੁੱਤੀ ਪਰਮਾਤਮਾ, ਜਿਹਦੇ ਵਰਗਾ ਹੋਰ ਕੋਈ ਵੀ ਨਹੀਂ। ਓੰਕਾਰ ਸਭ ਦਾ ਪ੍ਰਕਾਸ਼ਕ ਹੈ ਖਾਲਸਾ ਜੀ। ਹੁਣ ਦੇਖੋ ਸਾਰੇ ਹੱਸਦੇ ਖੇਡਦੇ ਪਏ ਹਾਂ, ਬੋਲ ਰਹੇ ਹਾਂ, ਕਿਉਂ ਬੋਲ ਰਹੇ ਹਾਂ? ਕਿ ਸਾਡੇ ਅੰਦਰ ਪ੍ਰਕਾਸ਼ ਕਰਨ ਵਾਲਾ ਬੈਠਾ ਹੈ, ਉਹ ਅਕਾਲ ਪੁਰਖ, ਉਹਨੂੰ ਕਹਿੰਦੇ ਓੰਕਾਰ, ਜੋ ਸਭ ਦਾ ਪ੍ਰਕਾਸ਼ਕ ਰੂਪ ਹੈ। ਸਤਿਗੁਰ ਪ੍ਰਸਾਦ, ਸਤ ਚੇਤਨ ਆਨੰਦ ਸਰੂਪ ਹੈ ਅਕਾਲ ਪੁਰਖ। ਇਹਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਐਸੋ ਗੁਣ ਮੇਰੋ ਪ੍ਰਭ ਜੇ ਕੀਨ। ਗੁਰੂ ਅਰਜਨ ਦੇਵ ਪਾਤਸ਼ਾਹ ਆਪਣੀ ਨਿਮਰਤਾ ਬਿਆਨ ਕਰਦੇ ਕਿ ਇਹ ਬਖਸ਼ਿਸ਼, ਇਹ ਉਪਕਾਰ ਮੇਰੇ ਗੁਰੂ ਮਹਾਰਾਜ ਜੀ ਨੇ ਮੇਰੇ ਉੱਤੇ ਕੀਤਾ ਖਾਲਸਾ ਜੀ। ਦੇਖੋ ਜਿਤਨੀ ਬਖਸ਼ਿਸ਼, ਜਿਤਨੀ ਦਇਆ ਗੁਰੂ ਅਕਾਲ ਪੁਰਖ ਪਰਮਾਤਮਾ ਸਭਨਾਂ ਉੱਤੇ ਕਰ ਦੇਣਾ, ਇਤਨੀ ਦਇਆ ਬੰਦਾ ਨਹੀਂ ਕਰਦਾ ਖਾਲਸਾ ਜੀ। ਬੰਦੇ ਦੇ ਮਨ ਵਿੱਚ ਕੁਝ ਹੁੰਦਾ ਹੈ। ਵੈਸੇ ਜਿਹੜੇ ਧਾਰਮਿਕ ਬੰਦੇ ਨਾ, ਧਾਰਮਿਕ ਬੰਦੇ ਕੋਈ ਲਿਬਾਸ ਵਾਲੇ ਨਹੀਂ ਮੈਂ ਕਹਿ ਰਿਹਾ, ਧਾਰਮਿਕ ਬੰਦੇ ਜਿਨ੍ਹਾਂ ਦੇ ਮਨ ਵਿੱਚ ਕਿਸੇ ਦੇ ਦੁਖੀ ਨੂੰ ਦੇਖ ਕੇ ਦਇਆ ਆ ਜਾਵੇ ਨਾ, ਕੁਦਰਤੀ ਅੰਦਰੋਂ ਸੁਭਾਵ ਅਨੁਸਾਰ, ਉਹਨੂੰ ਕਹਿੰਦੇ ਧਾਰਮਿਕ। ਪਰ ਉਹਨਾਂ ਦੀ ਵੀ ਦਇਆ ਕੁਝ ਲਿਮਿਟ ਵਾਲੀ ਹੁੰਦੀ ਹੈ। ਰੱਬ ਦੀ ਦਇਆ ਸਭਨਾਂ ਉੱਤੇ ਬਰਾਬਰ ਹੈ। ਇਹ ਗੁਣ ਅਕਾਲ ਪੁਰਖ ਵਿੱਚ ਹੀ ਹੈ, ਹੋਰ ਕਿਸੇ ਵਿੱਚ ਨਹੀਂ ਹੈ ਖਾਲਸਾ ਜੀ। ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਇਹ ਉਪਕਾਰ, ਇੱਥੇ ਗੁਣ ਦਾ ਅਰਥ ਹੈ ਉਪਕਾਰ ਕੀਤਾ। ਇਹ ਬਖਸ਼ਿਸ਼ ਮੇਰੇ ਗੁਰੂ ਮਹਾਰਾਜ ਨੇ ਮੇਰੇ ਉੱਤੇ ਕੀਤੀ। ਪੰਜ ਦੋਖ ਅਰ ਅਹੰ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਕੀ ਭਲਾ ਕੀਤਾ ਜੀ? ਪੰਜ ਦੋਖ। ਦੋਖ ਕੀ ਹੁੰਦੇ ਹਨ? ਗੁਨਾਹ,
ਔਗੁਣ। 5 ਸੂਖਮ ਹਨ ਤੇ 5 ਅਸਥੂਲ ਹਨ। ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ 5 ਹਨ ਦੋਖ। ਹੁਣ ਇਹਨਾਂ ਦਾ ਭਾਵ ਥੋੜ੍ਹਾ ਜਿਹਾ ਸਮਝ ਲਈਏ। ਗੁਰਬਾਣੀ ਵਿੱਚ ਅਨੇਕ ਮਿਸਾਲਾਂ ਐਸੀਆਂ ਆਈਆਂ, ਪੰਚ ਦੋਖ ਅਸਾਧ ਜਾਮਹਿ ਤਾਕੀ ਕੇਤਕ ਆਸ। ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ। ਮ੍ਰਿਗ ਕਹਿੰਦੇ ਮੱਛੀ, ਮ੍ਰਿਗ ਹਿਰਨ, ਮੀਨ ਮੱਛੀ, ਪਤੰਗ ਪਤੰਗਾ, ਕੁੰਚਰ ਖਾਲਸਾ ਜੀਓ, ਤੇ ਕੁੰਚਰ ਕਹਿੰਦੇ ਖਾਲਸਾ ਜੀ ਹਾਥੀ। ਇਹਨਾਂ ਪੰਜਾਂ ਵਿੱਚ ਇੱਕ ਇੱਕ ਗੁਣ ਹੈ। ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ। ਪੰਜਵਾਂ ਹੈ ਭ੍ਰਿੰਗ। ਇਹਨਾਂ 'ਚ ਇੱਕ ਇੱਕ ਔਗੁਣ ਹੈ। ਇੱਕ ਇੱਕ ਔਗੁਣ ਕਰਕੇ ਮਾਰੇ ਜਾਂਦੇ ਹਨ। ਕਿਹੜੇ ਕਿਹੜੇ ਔਗੁਣ? ਮੱਛੀ ਵਿੱਚ ਜੀਭ ਦਾ ਸਵਾਦ ਹੈ। ਉਹ ਜੀਭ ਕੀ ਹੈ? ਸਵਾਦ, ਇੱਕ ਮਾਸ ਨੂੰ ਚਖਣਾ, ਜੀਭ ਦੇ ਸਵਾਦ ਕਰਕੇ ਮਾਰੀ ਜਾਂਦੀ ਹੈ। ਭ੍ਰਿੰਗ ਵਿੱਚ ਨਾਸਕਾ ਦਾ ਹੈ, ਸੁਗੰਧੀ, ਜਿਹਨੂੰ ਕਹਿੰਦੇ ਰਸ। ਸ਼ਬਦ, ਸਪਰਸ਼, ਰੂਪ, ਰਸ, ਗੰਧ। ਗੰਧ ਸੁਗੰਧੀ ਲੈਣੀ, ਉਸ ਕਰਕੇ ਮਾਰਿਆ ਜਾਂਦਾ ਹੈ। ਫਿਰ ਆ ਗਿਆ ਕੁੰਚਰ। ਕੁੰਚਰ ਦੇ ਵਿੱਚ ਖਾਲਸਾ ਜੀਓ ਕੰਨਾਂ ਨੂੰ ਦੁਆਰਾ ਕੋਈ ਸ਼ਬਦ ਨੂੰ ਸੁਣਨ ਦਾ ਉਹਦੇ 'ਚ ਦੋਖ ਹੈ। ਸ਼ਬਦ ਇੱਕ ਕਿਹਦਾ ਦੋਖ ਹੈ? ਖਾਲਸਾ ਜੀ ਮ੍ਰਿਗ ਦਾ। ਕੁੰਚਰ ਹਾਥੀ, ਹਾਥੀ ਨੂੰ ਹੈ ਖਾਲਸਾ ਜੀ ਸਪਰਸ਼। ਸਪਰਸ਼ ਹੈ ਕਾਮ ਵਾਸ਼ਨਾ। 5 ਸੂਖਮ ਤੇ 5 ਇਹਨਾਂ ਦੇ ਅਸਥੂਲ ਬਣ ਗਏ। ਹੁਣ ਦੇਖੋ ਸਾਡੇ ਅੰਦਰ ਪੰਜੋ ਹਨ, ਸਭਨਾਂ ਅੰਦਰ ਹੈ। ਅਸੀਂ ਸਪਰਸ਼ ਕਰਦੇ ਹਾਂ ਕਿਸੇ ਚੀਜ਼ ਨਾਲ, ਪਹਿਲਾਂ ਸਪਰਸ਼ ਹੁੰਦਾ ਹੈ, ਫਿਰ ਨਾਲ ਹੀ ਖਾਲਸਾ ਜੀ ਕਾਮ ਦੀ ਕ੍ਰੀੜਾ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਬੰਦਾ ਸੁਣਦਾ ਹੈ, ਸੁਣ ਕੇ ਫਿਰ ਅੰਦਰ ਪ੍ਰਭਾਵ ਕਰਦਾ ਹੈ ਖਾਲਸਾ ਜੀ। ਇਹ 5 ਦੋਖ ਅਸਾਧ ਜਾ ਮੈਂ। ਅਸਾਧ ਸਾਧੇ ਨਹੀਂ ਜਾਂਦੇ। ਤੇ ਬੰਦਿਆ ਤੇਰੇ ਅੰਦਰ 5 ਹੀ ਹਨ। ਤੇਰਾ ਬਚਾਅ ਕਿਵੇਂ ਹੋਵੇਗਾ? ਗੁਰੂ ਦੀ ਕਿਰਪਾ ਨਾਲ। 5 ਦੋਖ ਅਸਾਧ ਜਾਮਹਿ ਤਾਕੀ ਕੇਤਕ ਆਸ। ਦੱਸੋ ਭਾਈ, ਉਹਦੀ ਕੀ ਆਸ ਕਰੀਏ? ਉਹਦੀ ਆਸ ਨਹੀਂ ਹੋ ਸਕਦੀ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ, ਘਬਰਾਉਣਾ ਨਹੀਂ। ਪਾਤਸ਼ਾਹ ਕਹਿੰਦੇ ਹੌਸਲਾ ਦਿੰਦੇ ਹਨ, ਭਾਈ ਮੇਰੇ ਗੁਰੂ ਅਕਾਲ ਪੁਰਖ ਸਭ ਤੋਂ ਵੱਡੇ ਹਨ। ਇਹ ਵੱਡੇ ਵੱਡੇ ਰੋਗ ਵੀ ਕਾਬੂ ਕਰ ਲੈਂਦੇ। ਐਸੋ ਗੁਣ ਮੇਰੋ ਪ੍ਰਭ ਜੀ ਕੀਨ। 5 ਦੋਖ ਅਰ ਅਤੇ ਅਹੰਗ ਰੋਗ, ਹਉਮੈ ਦਾ ਰੋਗ, ਇਹ ਬੰਦੇ ਨੂੰ ਖਾਸ ਤੌਰ 'ਤੇ ਮਿਲਿਆ ਖਾਲਸਾ ਜੀਓ। ਅੱਖੋ ਸਤਿਨਾਮ ਸ੍ਰੀ ਵਾਹਿਗੁਰੂ। ਦੇਖੋ ਹਰ ਬੰਦੇ ਕੋਲ ਇੱਕ ਗੁਣ ਵੱਖਰਾ ਹੁੰਦਾ ਹੈ। ਜੇ ਕਹਿ ਲਓ ਸੌਖੀ ਜੀ ਮਿਸਾਲ, ਹਰ ਬੰਦੇ ਕੋਲ ਕੋਈ ਨਾ ਕੋਈ ਹੁਨਰ ਉਹਦਾ ਵੱਖਰਾ ਹੁੰਦਾ ਹੀ ਹੁੰਦਾ ਹੈ। ਜਿਵੇਂ ਕੋਈ ਬੰਦਾ ਚੰਗਾ ਆਰਟਿਸਟ ਹੈ, ਕਈ ਬੰਦਾ ਚੰਗਾ ਸਿੰਗਰ ਹੈ, ਗਾਇਕ ਹੈ, ਕਈ ਬੰਦੇ ਚੰਗੇ ਲਿਖਾਰੀ ਹਨ, ਕਈ ਬੰਦੇ ਇੰਜੀਨੀਅਰ ਹਨ। ਵੱਖਰੇ ਵੱਖਰੇ ਗੁਣ ਸਾਰਿਆਂ ਕੋਲ। ਰੱਬ ਜੀ ਸਾਡੇ ਮਨੁੱਖਾ ਜਨਮ ਵਿੱਚ ਤੁਸੀਂ ਇੱਕ ਰੋਗ ਪਾਇਆ ਹੋਇਆ ਹੈ, ਹਉਮੈ ਦਾ ਰੋਗ। ਹਉਮੈ ਰੋਗ ਮਾਨੁਖ ਕੋ ਦੀਨਾ। ਪਾਤਸ਼ਾਹ ਇਹ ਰੋਗ ਸਾਨੂੰ ਬਖਸ਼ਿਸ਼ ਕੀਤਾ ਹੋਇਆ ਹੈ। ਇਹ ਤਨ ਤੇ ਸਗਲ ਦੂਰ ਕੀਨ। ਤੁਸੀਂ ਬਖਸ਼ਿਸ਼ ਕੀਤੀ ਪਰਮਾਤਮਾ ਜੀ ਸਾਡੇ ਅੰਦਰੂਨੀ ਮਨ ਵਿੱਚੋਂ। ਮਹਾਰਾਜ ਜਿਹੜਾ ਅੰਦਰੂਨੀ ਤਨ ਹੈ ਨਾ, ਉਹਨੂੰ ਮਨ ਕਹਿੰਦੇ। ਪਾਤਸ਼ਾਹ ਇਸ ਮਨ ਵਿੱਚੋਂ ਆਪ ਜੀ ਨੇ ਇਹ 5 ਦੋਖ ਅਤੇ ਹਉਮੈ ਦਾ ਰੋਗ ਦੂਰ ਕੀਤਾ ਆਪਣੇ ਨਾਮ ਸਦਕਾ।
ਆਪਣੀ ਬਖਸ਼ਿਸ਼ ਦੁਆਰਾ ਰਹਾਉ। ਵਿਸ਼ਰਾਮ ਦੇ ਕੇ ਅਗਾਂਹ ਬਿਆਨ ਕਰਦੇ ਹਨ। ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਰੈ ਦੀਨ। ਰੱਬ ਜੀ ਤੁਹਾਡੀ ਕਿਰਪਾ ਨਾਲ ਜਦੋਂ ਪੰਜ ਚਲੇ ਗਏ ਨਾ, ਤੇ ਪੰਜ ਕਿਵੇਂ ਗਏ? ਗੁਰ ਕੋ ਸ਼ਬਦ ਮੇਰਾ ਹੀਰੈ ਦੀਨ। ਗੁਰੂ ਦਾ ਸ਼ਬਦ ਤੁਸੀਂ ਬਖਸ਼ਿਸ਼ ਕੀਤਾ, ਗੁਰੂ ਰਾਹੀਂ ਮਹਾਰਾਜ। ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਤੁਹਾਡੇ ਨਾਲ ਜੋੜਤਾ ਮਹਾਰਾਜ। ਜਦੋਂ ਸ਼ਬਦ ਹਿਰਦੇ ਵਿੱਚ ਆਇਆ, ਵਾਹਿਗੁਰੂ, ਉਦੋਂ ਅੰਦਰ ਬੰਧਨ ਟੁੱਟਣੇ ਸ਼ੁਰੂ ਹੋ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਸਾਧਨਾ ਕਰਨ ਵਾਲੇ ਪੁਰਖ ਉਹ ਜਾਣਦੇ ਹਨ ਕਿ ਜਦੋਂ ਇਹ ਸ਼ਬਦ ਥੱਲੇ ਜਾਂਦਾ ਨਾ ਅੰਦਰ ਹਿਰਦੇ ਵੱਲ, ਵਾਹਿਗੁਰੂ, ਦੇਖੋ ਆਪਣੇ ਹਿਰਦੇ 'ਚ ਉਹ ਬੰਧਨ ਟੁੱਟਦੇ ਜਾਂਦੇ ਹਨ ਆਪਣੇ ਆਪ। ਬੰਧਨ ਤੋੜ ਦਿੰਦੇ ਪਾਤਸ਼ਾਹ, ਛੁਡਾ ਦਿੰਦੇ ਬੰਧਨਾਂ ਤੋਂ ਮਹਾਰਾਜ। ਜਦੋਂ ਬੰਧਨ ਛੁੱਟ ਗਏ ਨਾ, ਉਦੋਂ ਖਾਲਸਾ ਜੀ ਨਾਮ ਜਪਣ ਵਿੱਚ ਆਲਸ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ ਖਾਲਸਾ ਜੀ। ਨਹੀਂ ਤਾਂ ਲਗਭਗ ਸਭ ਨੂੰ ਨੀਂਦ ਆਉਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਰੱਬ ਦੇ ਪਿਆਰੇ ਅੰਮ੍ਰਿਤ ਵੇਲੇ ਜਾਗਦੇ ਹਨ, 12 ਵਜੇ, 12:30, ਬਹੁਤ ਭਲਾ, ਪਰ ਫਿਰ ਵੀ ਨੀਂਦ ਆਉਂਦੀ ਹੈ। ਸ਼ੁਰੂ ਵਿੱਚ ਆਉਂਦੀ ਹੈ। ਇਹ ਕਿਉਂ ਆਉਂਦੀ ਹੈ? ਇਹਦੇ ਕਈ ਕਾਰਨ ਹਨ। ਪਹਿਲਾ ਦੇਖੋ, ਜੇ ਬੰਦਾ ਟਾਈਮ ਸਿਰ 6-7 ਵਜੇ ਸ਼ਾਮੇ ਸੋ ਜੇ ਨਾ, ਤੇ ਫਿਰ ਨੀਂਦ ਨਹੀਂ ਆਉਂਦੀ। ਥੋੜ੍ਹੀ ਜਿਹੀ ਕਹਿ ਲਓ, ਅਜੇ ਪਹਿਲਾ ਕਾਰਨ। ਕਿਉਂਕਿ ਅੰਮ੍ਰਿਤ ਵੇਲਾ ਦੂਜਾ, ਉਦੋਂ ਪ੍ਰਭਾਵ ਹੈ ਖਾਲਸਾ ਜੀਓ ਪਰਮਾਤਮਾ ਦਾ ਬਸ। ਪਰ ਉਦੋਂ ਜਿਹੜੀ ਆਲਸ ਮਾਇਆ ਆਪਣਾ ਪ੍ਰਭਾਵ ਪਾਉਂਦੀ ਹੈ। ਜਿਹੜੇ ਖਾਲਸਾ ਜੀ ਉਹਨੂੰ ਪਰੇ ਕਰਕੇ ਚੱਲ ਪਿੱਛੇ ਹਟ, ਛਾਲ ਮਾਰ ਕੇ ਉੱਠ ਜਾਂਦੇ, ਉਹ ਧਨ ਹਨ। ਤੀਜਾ, ਜਦੋਂ ਕੋਈ ਨੀਂਦ ਆਵੇ ਨਾ, ਤੇ ਥੋੜ੍ਹਾ ਜਿਹਾ ਘੁੰਮਣਾ ਸ਼ੁਰੂ ਕਰ ਦਿਓ। ਜ਼ੋਰ ਕੀ ਵਾਹਿਗੁਰੂ ਜਾਪ ਕਰਨਾ ਸ਼ੁਰੂ ਕਰ ਦਿਓ। ਬਾਣੀ ਉੱਚੀ ਆਵਾਜ਼ ਵਿੱਚ ਛਾਲਾਂ ਮਾਰਦੀ ਜਾਵੇਗੀ। ਜੇ ਫਿਰ ਵੀ ਨਾ ਜਾਵੇ, ਬਾਰ-ਬਾਰ ਅਰਦਾਸਾਂ, ਪਾਤਸ਼ਾਹ ਤੁਸੀਂ ਕਿਰਪਾ ਕਰੋ, ਸਾਡੇ ਵੱਸ ਨਹੀਂ। ਇਹ ਉਹਦੇ ਵੱਸ ਹੈ। ਫਿਰ ਆਪਣੇ ਵੱਲੋਂ ਜਦੋਂ ਬੰਦਾ ਸਾਰੇ ਕਹਿ ਲਓ ਹਿੱਲੇ ਜੁਲੇ ਵਰਤ ਲਵੇ ਨਾ, ਫਿਰ ਕਰਨੀ ਅਰਦਾਸ, ਰੱਬ ਜੀ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ ਮਨੁੱਖਾ ਸਰੀਰ ਹੈ। ਪਾਤਸ਼ਾਹ ਕਈ ਜਨਮਾਂ ਤੋਂ ਘੁੰਮ ਕੇ ਆਇਆ ਖਾਲਸਾ ਜੀ। ਜਿਹੜਾ ਕਈ ਜਨਮਾਂ ਤੋਂ ਘੁੰਮ ਕੇ ਆਇਆ, ਉਹਦਾ ਅੰਸ਼ ਹੁੰਦਾ ਹੈ, ਮੁੱਕਦਾ ਨਹੀਂ। ਪੱਥਰ ਦਾ ਅੰਸ਼, ਫੁੱਲ ਦਾ ਅੰਸ਼, ਹਰ ਜੀਵ ਦਾ ਅੰਸ਼ ਉਹਦੇ ਅੰਤਸ਼ਕਰਨ ਵਿੱਚ ਰਹਿੰਦਾ ਹੈ। ਉਹ ਤਾਂ ਖਾਲਸਾ ਇਤਨੇ ਬੰਧਨ ਪਏ ਹੋਏ, ਉਹ ਬੰਧਨਾਂ ਕਰਕੇ ਨੀਂਦ ਜ਼ਿਆਦਾ ਆਉਂਦੀ ਖਾਲਸਾ ਜੀ। ਜਿਵੇਂ ਜਿਵੇਂ ਬੰਧਨ ਟੁੱਟਦੇ ਜਾਂਦੇ ਹਨ, ਉਵੇਂ ਉਵੇਂ ਨੀਂਦ ਵੀ ਉੜਦੀ ਜਾਂਦੀ ਹੈ। ਐਸੇ ਪਾਤਸ਼ਾਹ ਕਿਰਪਾ ਕਰਦੇ। ਇਹ ਹੈ ਪੰਜਾਂ ਦੀ ਨੀਂਦ। ਹੁਣ ਜਿਹੜੇ ਜਾਗਦੇ ਅਸੀਂ ਹਾਂ, ਸਮਝ ਲਓ ਹੁਣ ਜਾਗਦੇ ਪਏ ਹਾਂ, ਹੁਣ ਵੀ ਤਾਂ ਇਹਨਾਂ ਪੰਜਾਂ ਦੀ ਨੀਂਦ 'ਚ ਗਲਤਾਨ ਆ। ਜਾਗਦਾ ਹੋਇਆ ਵੀ ਬੰਦਾ ਸੁੱਤਾ ਪਿਆ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਖਾਲਸਾ ਜੀ। ਇਹ ਬੜੀ ਸੂਖਮ ਭਾਵਨਾ ਹੈ ਖਾਲਸਾ ਜੀ। ਪਾਤਸ਼ਾਹ ਕਿਰਪਾ ਕਰਨ, ਆਸਤਾ ਆਸਤਾ ਸੁਧਰ ਜਾਵੇਗੀ, ਇੱਕਦਮ ਨਹੀਂ ਆਉਂਦੀ। ਹਾਂ, ਥੋੜ੍ਹਾ ਥੋੜ੍ਹਾ ਰਸ ਲੱਗਦਾ ਅੰਦਰ। ਜਿਤਨਾ ਅੰਦਰ ਚੋਟ ਵੱਜਦੀ ਜਾਵੇਗੀ ਨਾ, ਉਤਨੀ ਅੰਦਰ ਗੰਢ ਖੁੱਲ੍ਹਦੀ ਜਾਵੇਗੀ ਬੰਧਨਾਂ ਦੀ। ਬੰਧਨ ਤੋੜ,
ਛੋਰ ਵਿਖਿਆ ਤੇ ਜਦੋਂ ਬੰਧਨ ਤੋੜਦੇ ਮਹਾਰਾਜ, ਫਿਰ ਥੋੜਾ ਜਿਹਾ ਕਹਿ ਲਓ ਜ਼ਹਿਰ ਰਹਿ ਜਾਂਦੀ ਅੰਦਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਵਾਂ ਭੈਣਾਂ ਜਦੋਂ ਕੋਈ ਕੱਪੜੇ ਨੂੰ ਉਹਨੂੰ ਉਧੇੜਦੀਆਂ ਨਾ, ਤੁਸੀਂ ਵੇਖਣਾ ਕੱਪੜਾ ਕੋਈ ਸੀਤਾ ਹੋਇਆ ਉਹਨੂੰ ਉਧੇੜੋ ਤੇ ਥੋੜੇ ਥੋੜੇ ਧਾਗੇ ਵਿੱਚ ਰਹਿ ਜਾਂਦੇ ਹਨ। ਤੋੜ ਤਾਂ ਦਿੱਤਾ ਪਰ ਧਾਗੇ ਵਿੱਚ ਰਹਿ ਗਏ ਨਾ, ਫਿਰ ਧਾਗੇ ਆਸਤਾ ਆਸਤਾ ਬਾਹਰ ਕੱਢਦੀਆਂ। ਕਰਕੇ ਵੇਖ ਲੈਣਾ ਘਰ। ਇਸੇ ਤਰ੍ਹਾਂ ਬੰਧਨ ਤੋੜ, ਜਦੋਂ ਗੁਰੂ ਮਹਾਰਾਜ ਬੰਧਨ ਤੋੜਦੇ ਨਾ ਤੇ ਥੋੜ੍ਹੀ ਥੋੜ੍ਹੀ ਅੰਦਰ ਜੇ ਕਹਿ ਲਓ ਜ਼ਹਿਰ ਜੀ ਰਹਿ ਜਾਂਦੀ ਏ, ਫਿਰ ਮਹਾਰਾਜ ਆਸਤਾ ਆਸਤਾ ਉਹ ਵੀ ਦੂਰ ਕਰ ਦਿੰਦੇ ਖਾਲਸਾ ਜੀਓ। ਛੋਰ ਵਿਖਿਆ ਤੇ ਇਹ ਵਿਖਿਆ ਵਿਸ਼ੇ ਵਿਕਾਰਾਂ ਤੋਂ ਮਹਾਰਾਜ ਛੁਡਾ ਲੈਂਦੇ। ਪਿੱਛੇ ਆ ਜਾ ਵੀ ਹੁਣ ਮੇਰਾ ਬੰਦਾ ਹੋ ਗਿਆ ਏ, ਇਹ ਮੇਰਾ ਪਿਆਰਾ ਹੋ ਗਿਆ। ਹੋਇਆ ਕਿਵੇਂ? ਗੁਰ ਕੋ ਸ਼ਬਦ ਮੇਰਾ ਹੀਰੇ ਦੀਨ, ਹਿਰਦੇ ਵਿੱਚ ਵਸਾਇਆ ਖਾਲਸਾ। ਬਸ ਤਾਨੂੰ ਗੁਰੂ ਕੇ ਪਿਆਰੇ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਸ਼ਬਦ ਵਸ ਗਿਆ ਉਹ ਨਿਹਾਲ ਹੋ ਗਏ। ਰੂਪ ਅਨਰੂਪ ਮੋਰੋ ਕਛ ਨ ਵਿਚਾਰਿਓ, ਪ੍ਰੇਮ ਗਹਿਓ ਮੋਹੇ ਹਰ ਰੰਗ ਪੀਨ। ਜਦੋਂ ਬੰਧਨ ਤੋੜ ਦਿੱਤੇ ਫਿਰ ਰੱਬ ਨਹੀਂ ਵੇਖਦਾ ਰੂਪ ਕੈਸਾ ਹੈ। ਕੋਈ ਚੱਜ ਹੈ, ਉਹ ਚੱਜ ਵੀ ਪਰਮਾਤਮਾ ਖਤਮ ਕਰ ਦਿੰਦਾ ਹੈ। ਕੁਬਜਾ ਵਰਗੀ ਉਹਦਾ ਬੇੜਾ ਪਾਰ ਕੀਤਾ ਖਾਲਸਾ ਜੀਓ। ਤੇ ਛੱਡੋ ਗੁਰ ਇਤਿਹਾਸ ਵਿੱਚ ਖਾਲਸਾ ਜੀ ਗੁਰੂ ਕਾ ਪਿਆਰਾ ਪ੍ਰੇਮਾ ਕੋੜੀ, ਸਰੀਰ ਤੇ ਕੋੜ ਸੀ, ਰੱਬ ਨੇ ਨਹੀਂ ਵੇਖਿਆ ਕੋੜ ਹੈ। ਆ ਜਾ ਭਾਈ ਗਲਵੱਕੜੀ ਪਾ ਲਈ। ਭਾਈ ਲਾਲੋਂ ਵੱਲ ਨਹੀਂ ਵੇਖਿਆ ਗਰੀਬ ਹੈ, ਕੱਪੜੇ ਪਾਟੇ ਹੋਏ ਹਨ, ਗਲਵੱਕੜੀ ਪਾ ਲਈ ਮਹਾਰਾਜ। ਨਹੀਂ ਵੇਖਦੇ। ਤੁਸੀਂ ਵੇਖਿਆ ਕਦੀ ਇਤਿਹਾਸ ਵਿੱਚ ਇਹ ਸ਼ਬਦ ਆਇਆ ਹੋਵੇ ਵੀ ਇਹ ਬੰਦਾ ਭੈੜੇ ਰੂਪ ਵਾਲਾ? ਪਾਤਸ਼ਾਹ ਨੇ ਕਿਹਾ ਪਿੱਛੇ ਹਟ, ਦੂਰ ਹੋ, ਨਹੀਂ ਆਖਿਆ ਮਹਾਰਾਜ ਨੇ ਕਦੀ। ਪਾਤਸ਼ਾਹ ਉਹਨੂੰ ਕਹਿੰਦੇ ਪਿੱਛੇ ਹਟ ਭਾਈ, ਆਪਣੇ ਔਗੁਣਾ ਤੋਂ ਪਿੱਛੇ ਹਟ। ਇੱਕ ਵਾਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਭ ਨੂੰ ਦਰਸ਼ਨ ਦੀਦਾਰੇ ਦੇ ਰਹੇ ਸਨ। ਇੱਕ ਬੰਦਾ ਸੰਗਤ ਨੂੰ ਚੀਰਦਾ ਹੋਇਆ ਵੀ ਮੈਂ ਪਹਿਲਾਂ ਦਰਸ਼ਨ ਕਰਾਂ, ਮੈਂ ਪਹਿਲਾਂ ਅੱਗੇ ਜਾਵਾਂ। ਬੜੀ ਕਾਹਲੀ ਨਾਲ ਮੱਥਾ ਟੇਕਿਆ ਉਹਨੇ। ਮਹਾਰਾਜ ਜੀ ਕੀ ਕਹਿਣ ਲੱਗੇ? ਪਿੱਛੇ ਹਟ, ਪਿੱਛੇ ਹਟ। ਹੁਣ ਜਿਨ੍ਹਾਂ ਸੰਗਤ ਨੇ ਵੇਖਿਆ ਉਹ ਕਹਿਣ ਲੱਗੇ ਦੇਖਿਓ ਭਲਾ ਹੋਇਆ ਨਾ, ਇਹ ਸਾਨੂੰ ਚੀਰ ਕੇ ਅੱਗੇ ਆ ਰਿਹਾ ਸੀ ਆਪ ਮੱਥਾ ਟੇਕਣ ਲਈ। ਸਤਿਗੁਰੂ ਨੇ ਕਿਹਾ ਪਿੱਛੇ ਹਟ ਜਾ। ਪਰ ਉਹਨੇ ਭਾਵ ਕੀ ਲਿਆ ਪਾਤਸ਼ਾਹ ਦਾ? ਤੇ ਮਹਾਰਾਜ ਦਾ ਉਹਦੇ ਲਈ ਭਾਵ ਇਹੀ ਸੀ, ਭਾਈ ਤੂੰ ਬੜੀ ਕਾਹਲੀ ਕਰਦਾ, ਕਾਹਲੀ ਨਾ ਕਰ, ਕਾਹਲੀ ਤੋਂ ਪਿੱਛੇ ਹਟ, ਵਿਸ਼ੇ ਵਿਕਾਰਾਂ ਤੋਂ ਪਿੱਛੇ ਹਟ, ਸਹਿਜ ਵੱਲ ਜਾ, ਇਹ ਪਿੱਛੇ ਹਟ। ਉਹਨੇ ਇਹ ਭਾਵ ਲਿਆ, ਉਹਦਾ ਬੇੜਾ ਪਾਰ ਖਾਲਸਾ ਜੀ। ਇਹ ਹੈ ਉਪਦੇਸ਼। ਜਿਹਨੇ ਇਹ ਉਪਦੇਸ਼ ਕਮਾ ਲਿਆ ਤੇ ਉਹ ਖਾਲਸਾ ਜੀ ਧਨ ਹੈ ਗੁਰੂ ਕਾ ਪਿਆਰਾ। ਰਹੋ ਵਿਚਾਰ ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ। ਨਹੀਂ ਵਿਚਾਰਿਆ ਪ੍ਰਮਾਤਮਾ ਨੇ ਰੂਪ ਕੈਸਾ ਹੈ, ਰੰਗ ਕੈਸਾ ਹੈ, ਪੜ੍ਹਿਆ ਹੈ ਜਾਂ ਨਹੀਂ ਪੜ੍ਹਿਆ। ਕੱਪੜੇ ਪਾਟੇ ਹਨ, ਕਈ ਵਾਰ ਕੱਪੜੇ ਵੀ ਨਹੀਂ ਪਾਏ ਹੁੰਦੇ ਮਹਾਂਪੁਰਸ਼ਾਂ ਨੇ। ਕਈ ਗਰੀਬਾਂ ਕੋਲ ਕੱਪੜੇ ਵੀ ਨਹੀਂ ਹੁੰਦੇ ਖਾਲਸਾ ਜੀ। ਪਰ ਰੱਬ ਉਹ ਵੀ ਨਹੀਂ ਵੇਖਦਾ, ਕੱਪੜੇ ਵੀ ਨਹੀਂ ਵੇਖਦਾ। ਉਹਦਾ ਦੇਖਦਾ ਹਿਰਦਾ ਸ਼ੁੱਧ ਹੈ, ਅੰਦਰ ਨਾਮ ਰਸ ਹੈ। ਵਾਹਿਗੁਰੂ। ਇਸ ਬਖਸ਼ਿਸ਼ ਨਾਲ ਪ੍ਰਮਾਤਮਾ ਜਦੋਂ ਵੇਖਦਾ ਹੈ, ਪ੍ਰੇਮ ਮੋਹੇ ਹਰ ਰੰਗ ਭੀਨ। ਪਾਤਸ਼ਾਹ ਨੇ ਪ੍ਰੇਮ ਨਾਲ ਮੇਰੀ ਬਾਂਹ ਫੜ ਲਈ। ਗਹਿਓ ਕਹਿੰਦੇ ਪਕੜਨਾ ਆਉਂਦਾ ਹੈ ਨਾ। ਸਗਲ ਦੁਆਰ ਕਉ ਛਾੜ ਕੇ ਗਹਿਓ। ਹੁਣ ਇੱਥੇ ਪਾਠ ਗਇਓ ਨਹੀਂ ਹੈ, ਅਸੀਂ ਸਾਰੇ ਗਇਓ ਪੜ੍ਹਦੇ ਹਾਂ। ਗਇਓ ਹੁੰਦਾ ਜਾਣਾ,
ਗਹਿਓ ਹੈ ਪਕੜਨਾ। ਰੱਬ ਜੀ ਸਾਰੇ ਦੀਵਾਰਾਂ ਨੂੰ ਛੱਡ ਕੇ ਤੁਹਾਡਾ ਦੀਵਾਰ, ਤੁਹਾਡਾ ਪੱਲਾ ਪਕੜ ਲਿਆ। ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਪਾਤਸ਼ਾਹ, ਲਾਜ ਅਸ ਗੋਬਿੰਦਾਸ ਤੁਹਾਰ। ਰੱਬ ਜੀ ਤੁਸੀਂ ਕਿਰਪਾ ਕੀਤੀ, ਪ੍ਰੇਮ ਗਹਿਓ, ਪ੍ਰੇਮ ਨਾਲ ਮਹਾਰਾਜ ਮੇਰੀ ਬਾਂਹ ਪਕੜ ਲਈ। ਬਾਂਹ ਕਹਿੰਦੇ ਮਨ, ਮੇਰਾ ਮਨ ਪਕੜ ਕੇ ਪਾਤਸ਼ਾਹ ਮੋਹੇ ਹਰ ਰੰਗ ਭੀਨ, ਪ੍ਰੇਮ ਦੇ ਵਿੱਚ ਪਾਤਸ਼ਾਹ ਤੁਸੀਂ ਭਿਗੋ ਦਿੱਤਾ। ਭੀਨ ਕਹਿੰਦੇ ਭਿੱਜ ਜਾਣਾ, ਲੀਨ ਹੋ ਜਾਣਾ, ਬਿਲਕੁਲ ਐਵੇਂ ਕਹਿ ਲਓ ਨਾਮ ਵਿੱਚ ਲਬਾ ਲਬ ਹੋ ਜਾਣਾ, ਬਸ ਘੁਲ ਮਿਲ ਜਾਣਾ। ਪਾਤਸ਼ਾਹ ਤੁਹਾਡੇ ਪ੍ਰੇਮ ਰੰਗ ਵਿੱਚ ਉਹ ਗੁਰੂ ਕੇ ਪਿਆਰੇ ਭਿੱਜ ਗਏ। ਪੇਖਿਓ ਲਾਲਣ ਪਾਟ ਵਿੱਚ ਖੋਏ, ਆਨੰਦ ਚਿੱਤਾ ਹਰਖੇ ਪਤੀ ਨ। ਜਦੋਂ ਮੇਰੇ ਲਾਲਨ ਅਕਾਲ ਪੁਰਖ ਨੇ ਵੇਖਿਆ, ਪੇਖਿਓ ਲਾਲਨ, ਮੇਰੇ ਭਰੀ ਨਿਗਾਹ ਨਾਲ ਵੇਖਿਆ ਨਾ, ਪਾਟ ਵਿੱਚ ਖੋਏ, ਅੰਦਰ ਜਿਹੜੇ ਪਰਦੇ ਸਨ, ਪਰਦਾ ਕੀ ਹੁੰਦਾ ਹੈ? ਵਖਰੇਵਾਂ, ਦੁਬਦਾ ਦਾ ਪਰਦਾ, ਸ਼ੰਕਾ, ਭਰਮ, ਕਈ ਤਰ੍ਹਾਂ ਦੇ ਪਰਦੇ ਹਨ ਜਿਹਨੂੰ ਕਹਿੰਦੇ ਭ੍ਰਾਂਤੀਆਂ। ਜਿਤਨੀ ਅੰਦਰ ਭ੍ਰਾਂਤੀਆਂ ਉਹ ਸਾਰੀਆਂ ਦੂਰ ਕੀਤੀਆਂ ਪ੍ਰਮਾਤਮਾ ਨੇ। ਪੇਖਿਓ ਲਾਲਨ ਪਾਟ ਵਿੱਚ ਖੋਏ, ਰੱਬ ਜੀ ਉਹ ਪਰਦੇ ਸਾਰੇ ਖਤਮ ਹੋ ਗਏ। ਅਨੰਦ ਚਿਤਾ ਹਰਖੇ ਪਤੀਨ, ਪਾਤਸ਼ਾਹ ਤੁਹਾਡੇ ਦਰਸ਼ਨ ਦੀਦਾਰੇ ਕਰਕੇ ਮਨ ਨੂੰ ਆਨੰਦ ਆ ਗਿਆ ਮਹਾਰਾਜ, ਮਨ ਪਤੀਜ ਗਿਆ ਪਾਤਸ਼ਾਹ, ਮਨ ਆਨੰਦਿਤ ਹੋ ਗਿਆ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸ ਹੀ ਕੋ ਤੀਨ। ਤੇ ਫਿਰ ਉਹਦੇ ਹਿਰਦੇ ਵਿੱਚ ਹੀ ਪ੍ਰਮਾਤਮਾ ਰਹਿੰਦਾ ਹੈ। ਗ੍ਰਹਿ ਘਰ, ਇਹ ਸਰੀਰ ਰੂਪੀ ਘਰ ਵੀ ਰੱਬ ਦਾ ਬਣ ਜਾਂਦਾ ਹੈ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ, ਤੇ ਉਹ ਬੰਦਾ ਪ੍ਰਭੂ ਦਾ ਬਣ ਜਾਂਦਾ ਹੈ, ਪ੍ਰਭੂ ਉਹਦਾ ਬਣ ਜਾਂਦਾ ਹੈ। ਸੋ ਠਾਕੁਰ, ਉਹ ਠਾਕੁਰ ਅਕਾਲ ਪੁਰਖ, ਤਿਸ ਹੀ ਕੋ ਧੀਨ, ਉਹ ਗੁਰੂ ਕਾ ਪਿਆਰਾ ਰੱਬ ਨੂੰ ਧਿਆਨਦਾ ਧਿਆਨਦਾ, ਜਪਦਾ ਜਪਦਾ ਧੀਰਜ ਵਿੱਚ ਆ ਜਾਂਦਾ ਹੈ, ਸਹਿਜ ਵਿੱਚ ਆ ਜਾਂਦਾ ਹੈ। ਪਰਮਾਤਮਾ ਉਹਨੂੰ ਸਹਿਜ ਆਨੰਦ ਦੀ ਦਾਤ ਬਖਸ਼ਿਸ਼ ਕਰਦਾ ਹੈ। ਖਾਲਸਾ ਜੀ, ਇਹ ਬਖਸ਼ਿਸ਼ ਗੁਰੂ ਦੀ ਕਿਰਪਾ ਨਾਲ, ਗੁਰੂ ਪਾਤਸ਼ਾਹ ਦੇ ਗੁਰਮੰਤਰ ਦੁਆਰਾ ਆਉਂਦੀ ਹੈ। ਵਾਹਿਗੁਰੂ ਵਾਹਿਗੁਰੂ। ਜਿਵੇਂ ਜਿਵੇਂ ਅੰਦਰ ਚੋਟ ਵੱਜਦੀ ਜਾਵੇਗੀ ਨਾ, ਨੀਂਦ ਆਪਣੇ ਆਪ ਜਾਂਦੀ ਜਾਵੇਗੀ। ਦੇਖੋ ਨੀਂਦ ਕੀ ਹੈ? ਕਈ ਗੁਰਮੁਖ ਪੁੱਛ ਰਹੇ ਸਨ ਵੀ ਨੀਂਦ ਬਹੁਤ ਆਉਂਦੀ ਹੈ, ਸਭ ਨੂੰ ਆਉਂਦੀ ਭਾਈ? ਹਾਂ, ਥੋੜੀ ਥੋੜੀ ਆਪਣੇ ਆਪ ਘਟਦੀ ਜਾਵੇਗੀ। ਜਿਤਨੀ ਸ਼ਬਦ ਦੀ ਚੋਟ, ਜਿਤਨਾ ਪ੍ਰੇਮ ਅੰਦਰ ਪੈਂਦਾ ਜਾਵੇਗਾ ਨਾ ਬਾਣੀ ਨਾਲ, ਉਤਨਾ ਇਹ ਨੀਂਦ ਆਲਸ ਆਪਣੇ ਆਪ ਦੂਰ ਹੁੰਦੀ ਜਾਵੇਗੀ। ਆਓ ਸੰਤਾਂ ਮਹਾਂਪੁਰਸ਼ਾਂ ਦੀ ਕੀ ਅਵਸਥਾ ਹੈ, ਉਹ ਕੀ ਹਨ ਸੰਤ ਮਹਾਤਮਾ। ਕੱਲ੍ਹ ਵੀ ਆਪ ਜੀ ਨੇ ਸ਼ਰਵਣ ਕੀਤਾ ਸੀ ਕਿ ਸੰਤ ਕੌਣ ਹਨ। ਆਪਣੀ ਉਕਤ ਖਿਲਾਵੈ ਭੋਜਨ, ਆਪਣੀ ਉਕਤ ਖਿਲਾਵੈ, ਇਹਦੀ ਖੀਰਲੀ ਪੰਕਤੀ ਸੀ ਖਾਲਸਾ ਜੀਓ, ਕਿ ਜਦੋਂ ਸੰਤ ਮਹਾਤਮਾ ਈਤ ਊਤ ਪਾਤਸ਼ਾਹ ਇੱਥੇ ਉੱਥੇ ਮਹਾਰਾਜ ਜਿਹੜੇ ਰੱਬ ਦੇ ਪਿਆਰੇ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਦੇ ਨਾ, ਮਿਲੈ ਨਾਨਕ ਸੰਤ ਜਨ ਸੇਵਾ। ਤੇ ਸੰਤਾਂ ਦੀ ਸੇਵਾ, ਉਹ ਸੰਤ ਮਹਾਤਮਾ ਕੈਸੇ ਹਨ, ਅੱਜ ਇਹਨਾਂ ਬਾਰੇ ਫਰਮਾਨ ਕਰਦੇ। ਆਓ ਸਾਰੇ ਗੁਰੂ ਕੇ ਪਿਆਰੇ ਆਪਣੇ ਮਨ ਨੂੰ ਇਕਾਗਰ ਕਰਦੇ ਹਾਂ, ਲੜੀਵਾਰ ਭਾਵਨ ਸ਼ਬਦ ਵਿਚਾਰ ਸ਼ਰਵਣ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਵਿੱਚ 680 ਅੰਕ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ। ਸੰਤ ਕਿਰਪਾਲ ਦਇਆਲ ਦਮੋਦਰ,
ਕਾਮ ਕ੍ਰੋਧ ਬਿਖ ਜਾਰੇ। ਸੰਤ ਕੌਣ ਹੁੰਦਾ ਹੈ? ਅੱਜ ਕੱਲ੍ਹ ਬਹੁਤਿਆਂ ਨੂੰ ਐਲਰਜੀ ਹੈ ਸੰਤ ਸ਼ਬਦ ਤੋਂ, ਠੀਕ ਵੀ ਬਣ ਵੀ ਗਈ ਹੈ। ਲੋਕ ਸੰਤਾਂ ਦਾ ਲਿਬਾਸ ਪਾ ਕੇ ਬਦਨਾਮ ਕਰਦੇ ਹਨ ਮਹਾਂਪੁਰਸ਼ਾਂ ਨੂੰ, ਸੰਤਾਂ ਨੂੰ। ਪਰ ਸੰਤ ਸ਼ਾਂਤ ਹਿਰਦੇ ਵਾਲਾ। ਦੂਜਾ ਲਕਸ਼ਣ, ਜਿਹਨੂੰ ਕਦੀ ਗੁੱਸਾ ਨਾ ਆਵੇ ਉਹ ਸੰਤ ਹੁੰਦਾ ਹੈ। ਪਰ ਕਈ ਵਾਰੀ ਸਮਾਜ ਦਾ ਭਲਾ ਕਰਨ ਲਈ ਗੁੱਸਾ ਵੀ ਕਰਨਾ ਪੈਂਦਾ ਹੈ ਮਹਾਂਪੁਰਸ਼ਾਂ ਨੂੰ। ਤੀਜਾ ਲਕਸ਼ਣ, ਜਿਹਦੇ ਕੋਲ ਬੈਠ ਕੇ ਆਪਣੇ ਆਪ ਖਾਲਸੇ ਮਨ ਨੂੰ ਥੋੜ੍ਹਾ ਜਿਹਾ ਟਿਕਾ ਮਹਿਸੂਸ ਹੋਵੇ ਨਾ, ਉਹਨੂੰ ਕਹਿ ਲਓ ਸੰਤ ਦੇ ਲਕਸ਼ਣ ਇਹਦੇ ਵਿੱਚ ਹਨ। ਸ਼ਾਂਤ ਹਿਰਦੇ ਵਾਲਾ, ਜਿਹੜਾ ਆਪ ਸ਼ਾਂਤ ਹੋਵੇਗਾ ਦੂਜੇ ਨੂੰ ਸ਼ਾਂਤੀ ਜ਼ਰੂਰ ਦੇਵੇਗਾ। ਖਾਲਸਾ ਜੀ, ਐਸੇ ਸੰਤ ਰੱਬ ਦੇ ਪਿਆਰੇ ਹੈ। ਸਮਾਜ ਕਦੀ ਖਤਮ ਨਹੀਂ ਹੋਵੇਗਾ ਸੰਤਾਂ ਮਹਾਂਪੁਰਸ਼ਾਂ ਤੋਂ। ਜੇ ਸਮਾਜ ਖਤਮ ਹੋ ਗਿਆ ਨਾ, ਉਦੋਂ ਦੁਨੀਆ ਤਬਾਹ ਹੋ ਜਾਣੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਨੂੰ ਕਹਿੰਦੇ ਖਾਲਸਾ ਮਹਾਂਪਰਲੋ ਆਣੀ ਨਾ, ਜਿਸ ਦਿਨ ਪ੍ਰਮਾਤਮਾ ਨੇ ਸੰਤ ਆਪਣੇ ਕੋਲ ਬੁਲਾ ਲਏ ਤੇ ਉਦੋਂ ਦੁਨੀਆ ਤਬਾਹ ਕਰ ਦੇਣੀ ਉਹਨੇ। ਐਸੇ ਸੰਤ ਮਹਾਤਮਾ ਜਿਹੜੇ ਸ਼ਾਂਤ ਹਿਰਦੇ ਵਾਲੇ, ਸੰਤ ਕਿਰਪਾਲ ਦਇਆਲ ਦਮੋਦਰ, ਕਾਮ ਕ੍ਰੋਧ ਬਿਖ ਜਾਰੇ। ਰੱਬ ਜੀ, ਉਹ ਤੁਹਾਡੇ ਸੰਤ ਹਨ। ਤੁਸੀਂ ਵੀ ਦਿਆਲੂ, ਉਹ ਵੀ ਦਿਆਲੂ। ਤੁਸੀਂ ਦਮੋਦਰ ਰੂਪ ਹੋ। ਦਮੋਦਰ ਕਹਿੰਦੇ ਦਾਮ ਉਦਰ। ਦੁਆਪਰ ਵਿੱਚ ਕ੍ਰਿਸ਼ਨ ਜੀ ਨੂੰ ਜਦੋਂ ਛੋਟੇ ਜਿਹੇ ਸਨ ਤੇ ਇਹਨਾਂ ਦੀ ਮਾਤਾ ਜੀ ਨੇ, ਬੜੇ ਲੜਾਕੇ ਸਨ, ਸ਼ਰਾਰਤੀ ਸਨ, ਇਹਨਾਂ ਨੂੰ ਬੰਨਿਆ ਸੀ ਔਖਲੀ ਨਾਲ। ਖਾਲਸਾ ਜੀ, ਜਦੋਂ ਬੰਨਿਆ ਗਿਆ ਨਾ ਤੇ ਰੱਸੀ ਖਾਲਸਾ ਜੀ ਢਿੱਡ ਨਾਲ ਮਲਣ ਲੱਗੇ ਤੇ ਬੰਨੀ ਨਾ ਜਾਵੇ, ਉਦੋਂ ਨਾਮ ਪੈ ਗਿਆ ਦਾਮ ਉਦਰ ਦਮੋਦਰ। ਰੱਬ ਦਾ ਨਾਮ ਹੈ ਤਾਂ ਅਕਾਲ ਪੁਰਖ। ਅਕਾਲ ਪੁਰਖ ਦੇ ਵੱਖ ਵੱਖ ਰੂਪ, ਉਹਦਾ ਇੱਕ ਨਾਮ ਪੈ ਗਿਆ ਦਮੋਦਰ। ਰੱਬ ਜੀ, ਦਮੋਦਰ ਜੀ, ਤੁਹਾਡੇ ਸੰਤ ਮਹਾਤਮਾ, ਤੁਸੀਂ ਉਹਨਾਂ 'ਤੇ ਕਿਰਪਾ ਕਰਦੇ ਹੋ ਤੇ ਆਪਣੇ ਹਿਰਦੇ ਵਿੱਚੋਂ ਉਹ ਗੁਰੂ ਕੇ ਪਿਆਰੇ ਕਾਮ ਕ੍ਰੋਧ ਬਿਖ ਜਾਰੇ। ਇਹ ਕਾਮ ਕ੍ਰੋਧ ਜ਼ਹਿਰ ਇਹਨੂੰ ਸਾੜ ਦਿੰਦੇ ਹਨ ਪਾਤਸ਼ਾਹ। ਸਾੜਦੇ ਕਿਵੇਂ? ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਪਾਤਸ਼ਾਹ ਇਹਦੀ ਅਗਦੀ ਦੀ ਤਪਸ਼ ਨਾਲ, ਇਹ ਅੱਗ ਵੀ ਹੈ ਖਾਲਸਾ। ਜਿੱਥੇ ਨਾਮ ਠੰਡਾ ਹੈ ਉੱਥੇ ਇਹ ਨਾਮ ਕਾਮ ਕ੍ਰੋਧ ਨੂੰ ਸਾੜਨ ਲਈ ਅੱਗ ਵੀ ਹੈ ਪਾਤਸ਼ਾਹ। ਕਾਮ ਕ੍ਰੋਧ ਬਿਖ ਜਾਰੇ, 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 ਕਾਮ ਕ੍ਰੋਧ ਬਿਖ ਜਾਰੇ। ਪਾਤਸ਼ਾਹ ਇਹ ਹਨ ਸੰਤ ਜਿਨ੍ਹਾਂ ਨੇ ਆਪਣੇ ਹਿਰਦੇ ਚੋਂ ਕਾਮ ਦੀ ਵਾਸ਼ਨਾ, ਕਾਮ ਉਹ ਨਹੀਂ ਵੀ ਗ੍ਰਸਤਪੂਣਾ ਕਰਨਾ ਛੱਡ ਦੇਣਾ, ਸਮਾਜ ਸਬੰਧ ਨਿਭਾਉਣਾ ਹੈ ਪਰਿਵਾਰ ਦਾ, ਪਰ ਜਿਹੜੀ ਵਾਸ਼ਨਾ ਬਿਰਤੀ ਹੈ ਉਹ ਛੱਡ ਦੇਣੀ ਹੈ। ਇਹ ਜ਼ਹਿਰ ਹੈ, ਜ਼ਹਿਰ ਛੱਡ ਦੇਣੀ, ਅੰਮ੍ਰਿਤ ਛਕ ਲੈਣਾ। ਇਹ ਹੈ ਪਾਤਸ਼ਾਹ ਜਿਹੜੇ ਇਸ ਤਰ੍ਹਾਂ ਕਰਦੇ ਉਹ ਸੰਤ ਹਨ।
ਰਾਜ ਮਾਲ ਜੋਬਨ ਤਨ ਜੀਅਰਾ ਇਨ ਉਪਰ ਲੈ ਬਾਰੇ। ਰੱਬ ਜੀ ਸੰਤਾਂ ਤੋਂ ਬਲਿਹਾਰ ਕਰ ਦਈਏ ਆਪਣਾ ਸਰੀਰ, ਵਾਰ ਦਈਏ, ਕੀ ਦੇ ਦਈਏ? ਰਾਜ। ਜਿਤਨਾ ਦੁਨੀਆ ਦਾ ਰਾਜ ਉਹਨਾਂ ਸੰਤਾਂ ਨੂੰ ਦੇ ਦਈਏ। ਜੇ ਧਿਆਨ ਰੱਖਣਾ, ਅੱਜ ਦੁਨੀਆ ਦਾ ਕੋਈ ਲੀਡਰ ਸੰਤ ਬਣ ਜੇ ਨਾ, ਕਮਾਂਡਰ ਇਨ ਚੀਫ, ਤੇ ਆਪਣੇ ਆਪ ਸਾਰੇ ਪਾਸੇ ਸੁਖ ਸ਼ਾਂਤੀ ਆ ਜਾਏਗੀ। ਸਾਡੇ ਜਿਹੜੇ ਆਗੂ ਹੀ ਬੜੇ ਹੋਏ ਖਾਲਸਾ ਜੀ ਦੂਜੇ, ਤੇ ਸਮਾਜ ਵਿੱਚ ਤਾਂ ਫਿਰ ਅਤਿਆਚਾਰ ਹੋਣੇ ਹੀ ਹੋਣੇ ਹਨ ਖਾਲਸਾ ਜੀ। ਜੇ ਆਗੂ ਠੀਕ ਹੋਣਗੇ, ਮਹਾਂਪੁਰਸ਼ ਬੰਦਗੀ ਵਾਲੇ, ਤੇ ਖਾਲਸਾ ਆਪਣੇ ਆਪ ਸਮਾਜ ਚੜ੍ਹਦੀ ਕਲਾ ਵਿੱਚ ਰਹੇਗਾ। ਰਹੋ ਵਿਚਾਰ ਕਿ ਰਾਜ ਉਹਨਾਂ ਸੰਤਾਂ ਨੂੰ ਰਾਜ ਵੀ ਦੇ ਦੇ। ਲੋ ਬਾਸ਼ੋ ਤੁਹਾਡਾ ਰਾਜ, ਤੁਸੀਂ ਕਰੋ। ਇੱਕ ਘਟਨਾ ਚੇਤੇ ਆ ਗਈ। ਜਰਾਸੰਧ, ਇਹਦਾ ਪਿਤਾ ਸੀ ਬੇਦਰਥ। ਬੇਦਰਥ ਇਹਦੇ ਖਾਲਸਾ ਜੀਓ ਵਿਆਹ ਹੋਇਆ ਕਾਂਸ਼ੀ ਦੇ ਰਾਜੇ ਦੀ 2 ਬੇਟੀਆਂ ਨਾਲ, ਇਕੱਠਾ ਵਿਆਹ ਹੋਇਆ। ਬਹੁਤ ਸਾਲ ਹੋ ਗਏ ਵਿਆਹ ਨੂੰ, ਕੋਈ ਔਲਾਦ ਨਹੀਂ ਹੋਈ। ਹੁਣ ਰਾਜਾ ਸੋਚਦਾ ਹੈ ਕਿ ਜੇ ਔਲਾਦ ਨਹੀਂ ਹੋਈ, ਰਾਜ ਕੌਣ ਸੰਭੇਗਾ? ਬਹੁਤ ਵੱਡਾ ਰਾਜ ਸੀ। ਮਗਧ ਦੇਸ਼, ਪਟਨਾ ਸਾਹਿਬ ਦਾ ਜਿਤਨਾ ਇਲਾਕਾ ਹੈ ਨਾ, ਝਾਰਖੰਡ, ਇਹ ਹੈ ਮਗਧ ਦੇਸ਼। ਰਾਜੇ ਨੇ ਸੁਣਿਆ ਵੀ ਸੰਤ ਮਹਾਤਮਾ ਹਨ, ਮੇਰੇ ਇਲਾਕੇ 'ਚ ਰਹਿੰਦੇ ਹਨ। ਉਹਨਾਂ ਕੋਲ ਚਲਾ ਗਿਆ ਆਪਣੀ ਰਾਣੀਆਂ ਲੈ ਕੇ। ਕਹਿਣ ਲੱਗਾ, ਮਹਾਂਪੁਰਸ਼ੋ ਕਿਰਪਾ ਕਰੋ, ਰਾਜ ਨੂੰ ਸਾਂਭਣ ਵਾਲਾ ਕੋਈ ਚੰਗਾ ਰਾਜਾ ਦੇਣਾ, ਚੰਗਾ ਦੇਣਾ। ਤੇ ਮਹਾਂਪੁਰਸ਼ ਕਹਿਣ ਲੱਗੇ, ਠੀਕ ਹੈ ਭਾਈ, ਪਹਿਲਾਂ ਥੋੜ੍ਹੀ ਸੇਵਾ ਕਰੋ। ਸੇਵਾ ਕੀਤੀ ਉਹਨਾਂ ਨੇ, ਰਾਣੀਆਂ ਨੇ, ਸਾਰੇ ਰਾਜੇ ਨੇ ਆਪ। ਕੁਛ ਦਿਨਾਂ ਬਾਅਦ ਮਹਾਂਪੁਰਸ਼ਾਂ ਕੋਲ ਫਿਰ ਆ ਗਏ, ਮਹਾਂਪੁਰਸ਼ੋ ਕਿਰਪਾ ਕਰੋ। ਮਹਾਂਪੁਰਸ਼ਾਂ ਨੇ ਇੱਕ ਅੰਬ ਤੋੜਿਆ ਉੱਤੋਂ ਦਰਖਤ ਤੋਂ, ਲੋ ਭਾਈ ਛਕ ਲੈਣਾ, ਜਿਹਨੂੰ ਫਲ ਪਾਣਾ ਕਹਿੰਦੇ। ਜਦੋਂ ਫਲ ਰਾਜੇ ਨੂੰ ਪਕੜਾਇਆ, ਰਾਜਾ ਲੈ ਕੇ ਆਪਣੀ ਰਾਣੀਆਂ ਕੋਲ, 2 ਰਾਣੀਆਂ ਸੀ। ਮਹਾਂਪੁਰਸ਼ਾਂ ਨੂੰ ਪਤਾ ਰਾਣੀ 2 ਹੈ, ਰਾਜਾ ਇਕੱਲਾ ਹੀ ਆਇਆ ਸੀ। ਤੇ ਮਹਾਂਪੁਰਸ਼ਾਂ ਨੇ ਜਦੋਂ ਅੰਬ ਦਿੱਤਾ, ਉਹ ਰਾਣੀਆਂ 2, ਉਹ ਰਾਜਾ ਕਰੇ ਕਿ ਇਹਨੂੰ ਦਵੇ ਜਾਂ ਉਹਨੂੰ ਦਵੇ, ਦੋਵੇਂ ਬਰਾਬਰ ਪਿਆਰੀਆਂ, ਦੋਵੇਂ ਭੈਣਾਂ ਸੀ। ਕਹਿਣ ਲੱਗਾ, ਦੋਵੇਂ ਅੱਧਾ ਅੱਧਾ ਛਕ ਲਓ, ਦੋਵਾਂ ਨੂੰ ਅੱਧਾ ਅੱਧਾ ਦੇ ਦੇਦਾ। ਤੇ ਰੱਬ ਦੀ ਨੇਤ ਨਾਲ ਖਾਲਸਾ ਜਦੋਂ ਸਮਾਂ ਪੂਰਾ ਹੋਇਆ, ਪਾਤਸ਼ਾਹ ਦੀ ਕਿਰਪਾ ਨਾਲ ਬੱਚੇ 2 ਜੰਮੇ, ਪਰ ਦੋਵੇਂ ਅੱਧੇ ਅੱਧੇ। ਜਦੋਂ ਦੋਵੇਂ ਅੱਧੇ ਅੱਧੇ ਬੱਚੇ ਹੋਏ ਤੇ ਖਾਲਸਾ ਜੀ ਭਾਣਾ ਫਿਰ ਵਾਪਰ ਗਿਆ। ਹੁਣ ਕਰੇ ਕੀ? ਰਾਜਾ ਕਹਿਣ ਲੱਗਾ, ਭਾਈ ਇਹ ਤਾਂ ਹੁਣ ਰੱਬ ਦਾ ਭਾਣਾ ਹੈ, ਇਹਨੂੰ ਬਾਹਰ ਸੱਟ ਆਓ। ਕੱਪੜੇ ਲਪੇਟ ਕੇ ਦੋਵਾਂ ਟੋਟਿਆਂ ਨੂੰ ਨਾ ਬਾਹਰ ਸੁੱਟਣ ਚਲੇ ਗਏ। ਸੁੱਟ ਕੇ ਜਦੋਂ ਆਏ, ਉੱਥੋਂ ਜਰਾ ਨਾਮ ਦੀ ਰਾਖਸ਼ਣੀ, ਜਰਾ ਨਾਮ ਦੀ ਭੈੜੀ ਬਿਰਤੀ ਵਾਲੀ ਰਾਖਸ਼ਣੀ, ਉਹਨੇ ਦੇਖੀ ਆਵਾਜ਼ ਆ ਰਹੀ, ਦੇਖਿਆ ਵੀ 2 ਬੱਚੇ, ਉਹਦਾ ਕੰਮ ਹੈ ਖਾਣਾ। ਜਦੋਂ ਖਾਣ ਲੱਗੀ ਖਾਲਸਾ ਜੀਓ, ਤੇ ਇੱਕਦਮ ਜਦੋਂ ਬੱਚੇ ਨੇ ਜੋੜੇ ਥੋੜ੍ਹੇ 2 ਟੋਟੇ, ਤੇ ਭਿਆਨਕ ਬਹੁਤ ਜ਼ਿਆਦਾ ਆਵਾਜ਼ ਆਈ, ਬੱਦਲ ਗਰਜਨ ਦੀ ਆਵਾਜ਼। ਉਹ ਡਰ ਗਈ ਇੱਕਦਮ। ਤੇ ਬੱਚਾ ਜਦੋਂ ਇੱਕਦਮ ਰੋਇਆ ਨਾ, ਸਾਰੇ ਪਾਸੇ ਆਵਾਜ਼ ਦੌੜੀ। ਰਾਜੇ ਦੇ ਸਿਪਾਹੀ ਆ ਗਏ ਵੀ ਬੱਚਾ ਰੋ ਰਿਹਾ। ਜਦੋਂ ਦੇਖਿਆ ਬੱਚਾ ਉਹੀ, ਤੇ ਉਸ ਤੋਂ ਬੱਚਾ ਛੁਡਾਇਆ, ਉਹ ਤਾਂ ਦੌੜ ਗਈ। ਉਹ ਬੱਚੇ ਨੂੰ ਰਾਜੇ ਕੋਲ ਲੈ ਗਿਆ। ਰਾਜਾ ਜੀ ਤੁਹਾਡਾ ਹੀ ਬੱਚਾ ਹੈ ਤਾਂ, ਤੇ ਨਾਮ ਰੱਖਿਆ ਜਰਾਸੰਧ। ਜਦੋਂ ਜਰਾਸੰਧ ਥੋੜ੍ਹਾ ਵੱਡਾ ਹੋਇਆ ਨਾ, ਰਾਜੇ ਦੇ ਲਾਇਕ ਹੋ ਗਿਆ, ਤੇ ਰਾਜਾ, ਰਾਣੀ ਤੇ ਜਰਾਸੰਧ ਤਿੰਨੋਂ ਚਾਰੋਂ ਮਹਾਂਪੁਰਸ਼ਾਂ ਕੋਲ ਚਲੇ ਗਏ। ਕਹਿੰਦੇ, ਮਹਾਂਪੁਰਸ਼ੋ ਸਾਡੇ ਘਰ ਆ ਕੇ ਚਰਨ ਪਾਓ। ਮਹਾਂਪੁਰਸ਼ ਕਹਿੰਦੇ, ਨਹੀਂ ਭਾਈ, ਅਸੀਂ ਇੱਥੇ ਠੀਕ ਹਾਂ। ਕਹਿੰਦੇ, ਨਹੀਂ, ਇੱਕ ਵਾਰੀ ਆਓ। ਚਲੋ ਮਹਾਂਪੁਰਸ਼ ਆ ਗਏ। ਉਹ ਆਮ ਮਹਾਂਪੁਰਸ਼ ਨਹੀਂ ਖਾਲਸਾ ਜੀ, ਬਹੁਤ ਸੰਤੋਖੀ ਬਿਰਤੀ ਵਾਲੇ। ਰਾਜਾ ਕਹਿਣ ਲੱਗਾ, ਮੇਰੇ ਤਖਤ 'ਤੇ ਬੈਠੋ, ਤੁਹਾਨੂੰ ਮੈਂ ਆਪਣਾ ਤਖਤ ਦੇ ਰਿਹਾ ਵਾਂ, ਤੁਹਾਡੇ ਕਰਕੇ ਮੇਰੇ ਘਰ ਔਲਾਦ ਹੋਈ ਹੈ। ਹੁਣ ਮਹਾਂਪੁਰਸ਼ਾਂ ਨੇ ਕੀ ਜਵਾਬ ਦਿੱਤਾ, ਹੁਣ ਉਹ ਸੁਣਨ ਵਾਲਾ ਹੈ। ਕਹਿਣਗੇ, ਰਾਜਾ ਸਾਨੂੰ ਇਹ ਰਾਜ ਨਹੀਂ ਚੰਗਾ ਲੱਗਦਾ, ਸਾਡੇ ਲਈ ਤਾਂ ਬੰਦਗੀ ਠੀਕ ਹੈ, ਰਾਜ ਤੁਸੀਂ ਕਰ ਲਓ ਬਸ।
ਦੇਖੋ ਰਾਜਾ ਵੀ ਚੰਗਾ ਕਹਿੰਦਾ ਮੈਂ ਆਪਣਾ ਰਾਜ ਕੁਰਬਾਨ ਕਰਦਾ ਇਹਨਾਂ ਮਹਾਂਪੁਰਸ਼ਾਂ ਤੋਂ, ਇਹਨਾਂ ਸੰਤਾਂ ਤੋਂ। ਪਰ ਮਹਾਂਪੁਰਸ਼ ਕੈਸੇ ਹੋਣ? ਸਬਰ ਸੰਤੋਖੀ, ਠੋਕਰ ਮਾਰ ਦੇਣ ਰਾਜ ਨੂੰ। ਤਾਂ ਹੀ ਤਾਂ ਦੇਖੋ ਸੰਤ ਮਹਾਤਮਾ ਕੋਈ ਲੀਡਰ ਨਹੀਂ ਬਣਦੇ। ਕਹਿੰਦਾ ਕੀ ਲੈਣਾ, ਰੋਜ਼ ਝੂਠ ਬੋਲਣਾ ਪੈਂਦਾ ਹੈ, ਠੱਗੀਆਂ ਖੋਰੀਆਂ ਕਰਪਸ਼ਨ ਕਰਨੀ ਪੈਂਦੀ। ਕਹਿੰਦਾ ਛੱਡੋ, ਰੱਬ ਦਾ ਭਜਨ ਹੀ ਚੰਗਾ ਹੈ। ਅਸਲ ਤਾਂ ਬੰਦਾ ਭਜਨ ਕਰਨ ਵਾਸਤੇ ਆਇਆ ਸੀ, ਪਰ ਉਹ ਨਹੀਂ ਕਰਦਾ ਪਿਆ। ਜਦੋਂ ਸਾਰੀ ਦੁਨੀਆ ਇਸ ਤਰ੍ਹਾਂ ਭਜਨੀਕ ਬਣ ਗਈ ਨਾ, ਫਿਰ ਖਾਲਸੇ ਦਾ ਰਾਜ ਆਪੇ ਹੋ ਜਾਵੇਗਾ, ਬਣੇਗਾ। ਦੂਜਾ ਕਾਰਨ ਧਿਆਨ ਰੱਖਣਾ, ਜਦੋਂ ਰੱਬ ਦੇ ਘਰਾਂ ਵਿੱਚ ਕੋਈ ਚੀਜ਼ਾਂ ਵਿਕਣ ਵਾਲੀਆਂ, ਜਿਹੜੀਆਂ ਹੈ ਭੋਗ ਵਾਲੀਆਂ, ਪ੍ਰਸ਼ਾਦ ਰੂਪ, ਵਿਕਣੋਂ ਹਟ ਜਾਣਗੀਆਂ, ਉਦੋਂ ਖਾਲਸੇ ਦਾ ਰਾਜ ਹੋ ਜਾਏਗਾ। ਰਹੋ ਵਿਚਾਰ, ਖਾਲਸਾ ਜੀ ਐਸੇ ਸੰਤਾਂ ਤੋਂ ਰਾਜ ਵੀ ਕੁਰਬਾਨ ਕਰ ਦਈਏ। ਮਾਲ ਜਿਤਨਾ ਖਜ਼ਾਨਾ ਹੈ, ਮਾਲ ਧਨ, ਉਹ ਸਭ ਕੁਰਬਾਨ। ਜੋਬਨ ਜਵਾਨੀ ਵੀ, ਭਾਵ ਉਹਨੇ ਸੇਵਾ ਉੱਤੇ ਲਾ ਦਈਏ। ਜੋਬਨ ਤਨ ਜੀਰਾ, ਇਹ ਸਰੀਰ ਵੀ ਇਹ ਮਨ ਵੀ ਉਹਨਾਂ ਤੋਂ ਕੁਰਬਾਨ ਕਰ ਜਾਈਏ। ਇਨ ਉਪਰ ਲੈ ਬਾਰੇ, ਇਹਨਾਂ ਤੋਂ ਬਲਿਹਾਰ ਬਲਿਹਾਰ ਜਾਈਏ, ਇਹਨਾਂ ਮਹਾਂਪੁਰਸ਼ਾਂ ਤੋਂ। ਇਹ ਸਾਧ ਸੰਗਤ ਤੋਂ ਹੈ ਸੰਤ। ਗੁਰਬਾਣੀ ਵਿੱਚ ਐਵੇਂ ਨਹੀਂ ਸੰਤ ਆਖਿਆ ਖਾਲਸਾ ਜੀ। ਹਰ ਨਾਮਾ ਮਨ ਮੰਤ ਧਨ ਸੇ